ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਪਿਆਰੇ ਦਰਸ਼ਕੋ, ਸਿੱਖ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸਰਦੂਲ ਸਿੰਘ ਮਾਲਵਾ ਵੱਲੋਂ ਆਪ ਜੀ ਨੂੰ ਜੀ ਆਇਆਂ। ਅੱਜ ਇੱਕ ਮਹਾਨ ਸ਼ਕਤੀ ਉਹਨਾਂ ਦੇ ਨਾਲ ਇੰਟਰਵਿਊ ਕਰਨ ਜਾ ਰਿਹਾ ਮੈਂ। ਬੜੀ ਖੁਸ਼ੀ ਦੀ ਗੱਲ ਹੈ ਜਦੋਂ ਅਸੀਂ ਸਿੱਖ ਜਗਤ ਦੇ ਵਿੱਚ ਇਹ ਗੱਲ ਦੇਖਦੇ ਹਾਂ, ਕੋਈ ਇਸ ਪਦਵੀ ਦੇ ਉੱਤੇ ਪਹੁੰਚ ਜਾਵੇ ਤੇ ਫਿਰ ਖੁਸ਼ੀ ਦੀ ਹੱਦ ਨਹੀਂ ਰਹਿੰਦੀ। ਤੇ ਜਦੋਂ ਇਹ ਪਤਾ ਲੱਗਾ ਕਿ ਜੇ ਸਿੰਘ ਹਾਈਐਸਟ ਰੈਂਕਿੰਗ ਆਫੀਸਰ ਇਨ ਦ ਇੰਡੀਅਨ ਆਰਮੀ, ਉਹ ਅੱਜ ਸਟੂਡੀਓ ਦੇ ਵਿੱਚ ਆਏ ਨੇ, ਤੇ ਫਿਰ ਕਿਉਂ ਨਹੀਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਲਓ ਆਓ ਮੁਲਾਕਾਤ ਕਰਦੇ ਹਾਂ, ਨਾਲੇ ਉਹਨਾਂ ਦੇ ਸਾਰੀ ਜ਼ਿੰਦਗੀ ਦੇ ਗੱਲਬਾਤ ਪੁੱਛਦੇ ਹਾਂ। ਜੇ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦ ਸਿੱਖ ਚੈਨਲ। ਅੱਜ ਖੁਸ਼ੀ ਹੋ ਰਹੀ ਹੈ ਮੈਨੂੰ ਆਪ ਦਿਲੋਂ ਕਿ ਜਦੋਂ ਇਹ ਦੇਖਦੇ ਹਾਂ ਕਿ ਜਦੋਂ ਜੇ ਸਿੰਘ ਨਾਂ ਸੁਣਦੇ ਹੁੰਦੇ ਸੀ, ਫਿਰ ਅੱਜ ਉਹਨਾਂ ਦੇ ਨਾਲ ਸਾਹਮਣੇ ਗੱਲ ਕਰ ਰਹੇ ਹਾਂ। ਅਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਬੈਕਗਰਾਊਂਡ ਹੈ, ਤੁਸੀਂ ਜਨਮ ਕਿੱਥੋਂ ਅਤੇ ਕਿੱਦਾਂ, ਕਿਸ ਟਾਈਮ ਦੇ ਉੱਤੇ ਇਹ ਆਰਮੀ ਦੇ ਵੱਲ ਇਸ ਗੱਲਾਂ ਕਰਾਂਗੇ। ਅਤੇ ਪਹਿਲੇ ਤਾਂ ਇਹ ਦੱਸੋ ਤੁਸੀਂ ਆਪ ਜੀ ਦਾ ਜਨਮ ਕਿਉਂਕਿ ਪਾਕਿਸਤਾਨ ਬਣ ਗਿਆ ਸੀ ਅਤੇ ਉਸ ਤਰ੍ਹਾਂ ਹੋਇਆ ਸੀ ਜਾਂ ਇੰਡੀਆ ਦੇ ਵਿੱਚ ਹੋਇਆ ਸੀ? ਪਹਿਲੀ ਗੱਲ ਤਾਂ ਮੈਂ ਸਿੱਖ ਚੈਨਲ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਇਹ ਮੌਕਾ ਮਿਲਿਆ ਕਿ ਮੈਂ ਆਪਦੇ ਦਰਸ਼ਕਾਂ ਨੂੰ, ਆਪਦੇ ਵਿਊਅਰਸ ਨੂੰ ਮੈਂ ਕੁਝ ਆਪਣੀ ਗੱਲਾਂ ਦੱਸ ਸਕਾਂ। ਸਭ ਤੋਂ ਪਹਿਲੇ ਜੀ, ਮੇਰਾ ਜਨਮ ਹੋਇਆ ਸੀਗਾ ਇੰਡੀਆ ਅਨਡਿਵਾਈਡਡ। ਮੈਂ 1945 ਵਿੱਚ ਪੈਦਾ ਹੋਇਆ ਸੀ। ਓਕੇ। ਮੇਰੇ ਫਾਦਰ ਆਰਮੀ ਦੇ ਅਫਸਰ ਸੀਗੇ, ਇਸ ਕਰਕੇ ਮੈਂ ਬਹਾਵਲਪੁਰ ਕੰਟੋਨਮੈਂਟ 'ਚ ਪੈਦਾ ਹੋਇਆ ਸੀ। ਜੀ ਜੀ। ਔਰ ਉਸ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਜਿੱਥੇ ਵੀ ਉਹਨਾਂ ਦੀ ਬਹੁਤ ਬਦਲੀਆਂ ਹੁੰਦੀਆਂ ਰਹੀਆਂ, ਮੈਂ ਪੂਰੇ ਹਿੰਦੁਸਤਾਨ ਵਿੱਚ ਮੇਰਾ ਬਚਪਨ ਨਿਕਲਿਆ। ਔਰ ਪਹਿਲਾ ਮੌਕਾ ਜਦੋਂ ਮੈਨੂੰ ਮਿਲਿਆ ਕਿ ਬਈ ਮੈਂ NDA ਵਾਸਤੇ ਐਲੀਜੀਬਲ ਹਾਂ, ਮੈਂ NDA ਦੀ ਐਗਜ਼ਾਮ ਦਿੱਤੀ ਔਰ ਮੈਂ ਫਸਟ ਆਇਆ ਔਰ ਮੈਂ NDA ਦੇ ਵਿੱਚ ਐਂਟਰ ਕਰ ਗਿਆ। ਇਹ ਕੀ ਜੋ ਕਿ ਆਪਦੇ ਫਾਦਰ ਜੀ ਆਰਮੀ ਦੇ ਵਿੱਚ ਹੋਣ ਕਰਕੇ ਤੁਸੀਂ ਇਹ ਲਾਈਨ ਲੈ ਲਈ, ਜਾਂ ਮਤਲਬ ਕਿ ਕਈ ਵਾਰੀ ਇੱਦਾਂ ਹੁੰਦਾ ਵੀ ਬਚਪਨ ਦੇ ਵਿੱਚ ਹੁੰਦਾ ਵੀ ਮੈਂ ਆਹ ਕਰਨਾ, ਮੈਂ ਉਹ ਕਰਨਾ, ਕਿ ਕਈ ਵਾਰੀ ਇਹ ਹੁੰਦਾ ਵੀ ਇਨਹੈਰੀਟੈਂਸ ਹੋ ਜਾਂਦੀ ਤੇ ਉਸੇ ਲਾਈਨ ਤੇ ਬੰਦਾ ਫੋਲੋ ਕਰ ਲੈਂਦਾ? ਬੜਾ ਇੰਟਰਸਟਿੰਗ ਸਵਾਲ ਤੁਸੀਂ ਪੁੱਛਿਆ। ਇਹ ਇਸ ਤਰ੍ਹਾਂ ਹੋਇਆ ਕਿ ਪੈਦਾਸ਼ ਤੋਂ ਬਾਅਦ ਅਸੀਂ ਆਰਮੀ ਦੇ ਮਾਹੌਲ 'ਚ ਵੱਡੇ ਹੋਏ ਜੀ, ਤੇ ਦਾਦਾ ਜੀ ਵੀ ਆਰਮੀ 'ਚ ਸੀਗੇ। ਮੈਂ 3rd ਜਨਰੇਸ਼ਨ ਆਇਆ ਜੀ। ਮਾਈ ਗॉड। ਉਹ ਫਸਟ ਵਰਲਡ ਵਾਰ ਸੋਲਜਰ ਸੀਗੇ ਤੇ ਉਹਨਾਂ ਨੇ ਆਪਣੇ ਵੱਡੇ ਜੰਗ ਦੀਆਂ ਕਹਾਣੀਆਂ ਸੁਣਾਉਣੀਆਂ ਸਾਨੂੰ ਬਚਪਨ 'ਚ। ਤੇ ਨਾਲ ਉਸ ਜ਼ਮਾਨੇ 'ਚ ਜਿਹੜੀਆਂ ਫਿਲਮ ਬਣੀਆਂ ਸੀਗੀਆਂ, ਟੂ ਹੈਲ ਐਂਡ ਬੈਕ, ਬ੍ਰਿਜ ਔਨ ਦ ਰਿਵਰ ਕੁਆਏ, ਇਹ ਵਾਰ ਮੂਵੀਜ਼ ਸੀਗੀਆਂ। ਤੇ ਸਾਡੇ ਕੰਟੋਨਮੈਂਟਸ ਵਿੱਚ ਜਦੋਂ ਅਸੀਂ ਦੇਖਦੇ ਸੀ, ਸਾਨੂੰ ਬੜਾ ਇੰਸਪੀਰੇਸ਼ਨ ਮਿਲਦਾ ਸੀ। ਮੈਂ ਕਿਹਾ ਜੀ ਮੈਂ ਤੇ ਫੌਜ ਜਾਣਾ ਹੈ। ਔਰ ਫਸਟ ਮੌਕਾ ਜਦੋਂ ਮੈਨੂੰ ਮਿਲਿਆ, ਮੈਂ NDA 'ਚ ਅਪੀਅਰ ਹੋ ਕੇ ਆਈ ਵਾਸ ਸਕਸੈਸਫੁਲ। ਤੇ ਤੁਸੀਂ ਜਿਹੜਾ ਨਾਂ ਰੱਖਿਆ, ਮੈਂ ਇਸ ਤੋਂ ਵੀ ਬੜਾ ਇੰਟਰੀਗ ਸੀ ਆ ਕਿ ਜੇ ਸਿੰਘ, ਹਾਂਜੀ, ਤੇ ਮਤਲਬ ਕਿਉਂਕਿ ਕਈ ਵਾਰੀ ਨਿਕਨੇਮ ਵੀ ਬਣ ਜਾਂਦੇ ਨੇ, ਤੇ ਤੁਸੀਂ ਮਤਲਬ ਜੇ ਸਿੰਘ, ਇਹ ਇੰਸਪੀਰੇਸ਼ਨ ਕਿੱਥੋਂ ਮਿਲੀ? ਇਹ ਜੀ ਸਾਡੇ ਫਾਦਰ ਸਾਹਿਬ ਨੇ ਡਿਸਾਈਡ ਕੀਤਾ। ਪਹਿਲੀ ਗੱਲ ਤੇ ਅਸੀਂ ਸਾਰੇ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਰੇ ਮੇਰੇ ਸਿੰਘ ਹੈ, ਤੇ ਸਿੰਘ ਇਜ਼ ਆਵਰ ਸਰਨੇਮ। ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਬਈ ਮੇਰਾ ਨਾਂ ਜਸਵੰਤ ਹੈ, ਤੇਰਾ ਜੋਗਿੰਦਰ ਹੈ, ਤੂੰ ਦੋਨੋਂ ਜੋੜ ਦੇ ਤੇ ਮੇਬੀ ਤੈਨੂੰ ਹੋਰ ਸ਼ਕਤੀ ਮਿਲੇਗੀ। ਫਾਦਰ ਦਾ ਡਿਸੀਸ਼ਨ ਸੀਗਾ। ਮੈਂ ਕਿਹਾ ਜੀ ਮੈਂ ਬੜਾ ਖੁਸ਼ ਹਾਂ। ਇਨ ਬਰੀਫ ਨਾਓ ਜਨਰਲੀ ਲੋਕ ਮੈਨੂੰ ਕਹਿੰਦੇ ਨੇ ਜਨਰਲ ਜੇ ਜੀ। ਹਾਂਜੀ। ਅੱਛਾ, ਉਸ ਤੋਂ ਬਾਅਦ ਆਪਾਂ ਲੈਂਦੇ ਹਾਂ ਵੀ ਜਦੋਂ ਤੁਸੀਂ ਐਗਜ਼ਾਮ ਪਾਸ ਕਰਕੇ ਤੁਸੀਂ ਉਸ ਲਾਈਨ ਦੇ ਉੱਤੇ ਤੁਰ ਪਏ, ਹਾਂਜੀ, ਤੇ ਉਹਦੇ ਵਿੱਚ ਕਿਉਂਕਿ ਆਰਮੀ ਦੇ ਵਿੱਚ ਹੁੰਦਾ ਵੀ ਹਰ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਫੋਲੋ ਕਰਨਾ ਜਾਂ ਜੇ ਚੀਜ਼ ਬਣਨਾ ਹੈ, ਡਿਫੀਕਲਟੀਜ਼ ਤਾਂ ਆਉਂਦੀਆਂ ਹੀ ਨੇ। ਬਿਲਕੁਲ ਜੀ। ਆਰਮੀ ਦੀ ਲਾਈਫ ਬੜੀ ਆਈ ਵੁੱਡ ਸੇ ਰੋਮਾਂਚਕ ਹੈਗੀ ਔਰ ਚੈਲੰਜਿੰਗ ਵੀ ਹੈਗੀ। ਦੇਖੋ ਬਹੁਤ ਕੁਝ ਇੰਟਰਸਟਿੰਗ ਸਿਚੁਏਸ਼ਨਸ ਆਉਂਦੀਆਂ ਲਾਈਫ ਵਿੱਚ, ਔਰ ਮੈਨੂੰ ਇਹ ਲੱਗਦਾ ਕਿ ਮੇਰੀ ਲਾਈਫ ਇੱਕ ਡਰੀਮ ਸੀਗੀ, ਸੁਪਨਾ ਸੀਗਾ। ਕਿਉਂਕਿ ਮੈਂ ਜਿੱਥੇ ਵੀ ਕਦਮ ਅੱਗੇ ਕੀਤਾ, ਮੈਂ ਕਾਮਯਾਬੀ ਮੈਨੂੰ ਮਿਲੀ। ਤੇ ਮੈਨੂੰ ਦਾਦਾ ਜੀ ਦੇ ਲਫ਼ਜ਼ ਯਾਦ ਨੇ। ਉਹ ਇੱਕ ਸਿਪਾਹੀ ਸੀ ਪਰ ਬਹੁਤ ਗਿਆਨੀ ਸੀ। ਉਹ ਕਹਿੰਦਾ ਬੇਟਾ, ਜੇ ਤੁਹਾਡਾ ਰਸਤਾ ਨੇਕ ਹੈ, ਇਫ ਯੋਰ ਕਾਜ਼ ਇਜ਼ ਜਸਟ ਐਂਡ ਪਾਥ ਇਜ਼ ਰਾਈਟੀਅਸ, ਫਿਰ ਤੁਹਾਨੂੰ ਕਾਮਯਾਬੀ ਹਮੇਸ਼ਾ ਮਿਲੇਗੀ। ਅੱਛਾ ਜੀ, ਜਦੋਂ ਤੁਸੀਂ ਫਿਰ ਆਰਮੀ ਦੇ ਵਿੱਚ ਚਲੇ ਗਏ ਹੋ, ਕਿਉਂਕਿ ਜਦੋਂ ਮੈਂ ਓਪਨਿੰਗ ਦੇ ਵਿੱਚ ਵੀ ਕਹੀ ਗੱਲ ਨਾ ਵੀ ਹਾਈਐਸਟ ਰੈਂਕਿੰਗ ਆਫਿਸਰ ਜਨਰਲ ਹੋ ਤੁਸੀਂ, ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਜਿਹੜੀ ਸਟੇਜ ਬਾਈ ਸਟੇਜ
ਇਹ ਮਤਲਬ ਕਿਸ ਤਰ੍ਹਾਂ ਇਹ ਤੁਸੀਂ ਸਟੈਪ ਬਾਈ ਸਟੈਪ ਕਿਦਾਂ ਜਾਂਦੇ ਹੋ? ਮੈਂ ਇਸ ਚੀਜ਼ ਦੇ ਬੜਾ ਮਾਣ ਲੈਂਦਾ ਕਿ ਮੈਂ ਆਪਣੀ ਆਪ ਬੀਤੀ ਆਟੋਬਾਇਓਗ੍ਰਾਫੀ ਲਿਖੀ। ਮੈਂ ਕਿਹਾ ਬਿਫੋਰ ਆਈ ਫੋਰਗੇਟ ਮੈਨੀ ਥਿੰਗਸ ਆਫ ਲਾਈਫ ਲੈਟ ਮੀ ਰਾਈਟ। ਮੇਰੀ ਆਟੋਬਾਇਓਗ੍ਰਾਫੀ ਇੰਗਲਿਸ਼ ਵਿੱਚ ਛਪੀ, ਅ ਸੋਲਜਰਸ ਜਨਰਲ, ਔਰ ਫਿਰ ਉਹ ਪੰਜਾਬੀ 'ਚ ਵੀ ਟਰਾਂਸਲੇਟ ਹੋਈ। ਪੰਜਾਬੀ ਵਰਸ਼ਨ ਦਾ ਨਾਮ ਹੈ ਸਿਪਾਹੀਆਂ ਦਾ ਜਰਨੈਲ। ਹਿੰਦੀ ਵਿੱਚ ਵੀ ਹੋਈ, ਬੰਗਾਲੀ ਵਿੱਚ ਵੀ ਹੋਈ, ਹੁਣ ਫ੍ਰੈਂਚ ਟਰਾਂਸਲੇਸ਼ਨ ਵੀ ਹੋ ਰਹੀ ਹੈ। ਆਈ ਥਿੰਕ ਇਟ ਵੁੱਡ ਬੀ ਇੰਟਰਸਟ ਟੂ ਰੀਡ। ਉਹਦੇ 'ਚ ਮੈਂ ਸਭ ਕੁਝ ਆਪਣੇ ਐਕਸਪੀਰੀਅੰਸ ਦੱਸੇ ਨੇ, ਕਿਉਂਕਿ ਲਾਈਫ ਬੜੀ ਇੰਟਰਸਟਿੰਗ ਹੋਈ। ਔਰ ਮੈਂ ਇਹੀ ਕਹਿਣਾ ਕਿ ਬੜੀ ਚੁਣੌਤੀਆਂ ਮਿਲੀਆਂ, ਔਰ ਉਨ ਚੁਣੌਤੀਆਂ ਦੇ ਨਾਲ ਮੈਂ ਹੋਰ ਮਜ਼ਬੂਤ ਬਣ ਗਿਆ। ਬਹੁਤ ਤੂਫਾਨ ਝੇਲੇ ਨੇ। ਮੇਰੇ ਚਿਹਰੇ ਤੋਂ ਸ਼ਾਇਦ ਨਾ ਲੱਗਦਾ ਹੋਏ ਕਿ ਇਹ ਬੰਦਾ ਇੰਨੇ ਰਗੜੇ ਖਾ ਕੇ ਫਿਰ ਵੀ ਇਸ ਤਰ੍ਹਾਂ ਲੱਗਦਾ ਪਿਆ, ਪਰ ਉਹ ਗੁਰੂਆਂ ਦੀ ਦੇਣ ਹੈ ਸਾਨੂੰ। ਸਾਡੇ ਸਿੱਖਾਂ ਦੇ ਵਿੱਚ ਇੱਕ ਸਾਡੇ DNA ਵਿੱਚ ਹੈ ਕਿ ਬਈ ਨੈਵਰ ਗਿਵ ਅਪ। ਹਾਂ, ਨਿਸ਼ਚੈ ਕਰ ਆਪਣੀ ਜੀਤ ਕਰੋ, ਡਿਟਰਮਨ ਹੋ ਕੇ, ਕਿਉਂਕਿ ਤੁਹਾਨੂੰ ਪਤਾ ਹੈ ਤੁਸੀਂ ਨੇਕ ਕੰਮ ਕਰ ਰਹੇ ਹੋ, ਤੁਸੀਂ ਮਿਹਨਤ ਕਰ ਰਹੇ ਹੋ, ਫਿਰ ਸਕਸੈਸ ਮਿਲਣੀ ਚਾਹੀਦੀ। ਤੇ ਮੇਰਾ ਰੱਬ ਬਹੁਤ ਮਿਹਰਬਾਨ ਸੀ, ਮੈਨੂੰ ਕਾਮਯਾਬੀ ਮਿਲੀ। ਜੀ ਮੈਂ ਤੁਸੀਂ ਬੜੀ ਗੱਲ ਕੀ ਹੈ। ਮੈਂ ਤੇ ਕਹਿੰਦਾ ਨਾ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਡਿਕਸ਼ਨਰੀ 'ਚ ਹਾਂਜੀ ਆਪਣੇ ਕੋਸ਼ ਦੇ ਵਿੱਚ ਹਾਰ ਦਾ ਲਫ਼ਜ਼ ਹੀ ਕੱਢ ਦਿੱਤਾ। ਬਿਲਕੁਲ ਜੀ, ਨਿਸ਼ਚੈ ਕਰ ਆਪਣੀ ਜੀਤ ਕੇ। ਤੁਸੀਂ ਬਹੁਤ ਵਧੀਆ ਗੱਲ ਕੀ ਹੈ ਕਿ ਜਦੋਂ ਤੁਸੀਂ ਇਸ ਪਾਸੇ ਤੁਰਦੇ ਹੋ, ਜਿੱਦਾਂ ਮੈਂ ਕਿਹਾ ਵੀ ਡਿਫਿਕਲਟੀਜ਼ ਵੀ ਆਉਂਦੀਆਂ, ਕੀ ਹੈਗਾ। ਤੇ ਪਰ ਇੱਕ ਸਵਾਲ ਬੜਾ ਆਉਂਦਾ ਹੈ ਕਿ ਜਦੋਂ ਤੁਸੀਂ ਆਪਣੀ ਉਸ ਚੱਕਦੇ ਹੋ ਵੀ ਮੈਂ ਆਪਣਾ ਮੁਲਕ ਦਾ ਕਨਸਟੀਟਿਊਸ਼ਨ ਡਿਫੈਂਡ ਕਰਾਂਗਾ, ਮੈਂ ਆਪਣੀ ਆਰਮੀ ਡਿਫੈਂਡ ਕਰਾਂਗਾ ਆਪੇ, ਜੇ ਕਿਸੇ ਤੁਹਾਡੇ ਉਹ ਰਿਲੀਜੀਅਸ ਦੀ ਗੱਲ ਇਹੋ ਜਿਹੀ ਆਏ ਤੇ how would you choose for religious? ਤੁਹਾਡਾ ਪੁਆਇੰਟ ਪਹਿਲਾਂ ਆ ਜਾਏਗਾ ਜਾਂ ਤੁਹਾਡਾ ਮਤਲਬ ਆਰਮੀ ਦਾ ਪੁਆਇੰਟ ਪਹਿਲਾਂ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਮੇਰੇ ਸੋਚ ਵਿੱਚ, ਮੇਰੇ ਥਿੰਕਿੰਗ ਦੇ ਵਿੱਚ ਇਹ ਸਪਿਰਿਚੁਅਲ ਜਿਹੜੀ ਚੀਜ਼ ਸੀ ਨਾ, ਉਹ ਵਾਰੀਅਰ ਦੀ ਸੀ। ਉਹ ਸਾਡੇ ਗੁਰੂਆਂ ਦੀ ਕੁਰਬਾਨੀਆਂ ਦੇ ਨਾਲ ਤਾਕਤ ਆਈ। ਤਾਂ ਉਹ ਮੇਰੇ ਤੁਸੀਂ ਮੰਨ ਨਹੀਂ ਸਕਦੇ, ਮੈਂ ਸੋਚਦਾ ਸੀ ਮੈਂ ਪਿਛਲੇ ਜਨਮ ਸ਼ਾਇਦ ਵਾਰੀਅਰ ਸੀਗਾ। ਔਰ ਸਿੱਖ ਵਾਰੀਅਰ ਪਤਾ ਕੀ ਕਰਦੇ ਸੀਗੇ, ਜਿਹੜੇ ਅਫਗਾਨ ਲੁੱਟ ਮਾਰ ਕਰਕੇ ਇੰਡੀਆ ਤੋਂ ਲੁੱਟ ਲੈ ਜਾਂਦੇ ਸੀ, ਲੋਕਾਂ ਨੂੰ ਫੜ ਕੇ ਲੈ ਜਾਂਦੇ ਸੀ, ਜਨਾਨੀਆਂ ਲੈ ਜਾਂਦੇ ਸੀ, ਬੱਚੀਆਂ ਲੈ ਜਾਂਦੇ ਸੀ, ਉਹਨਾਂ ਨੂੰ ਜਾ ਕੇ ਵੇਚਦੇ ਸੀ ਪਸ਼ਾਵਰ, ਕਾਬੁਲ, ਕੰਦਹਾਰ। ਤੇ ਉਹਨਾਂ ਨੂੰ ਅਟੈਕ ਕਰਦੇ ਸੀਗੇ ਸਿੱਖ ਵਾਰੀਅਰ, ਬੈਂਡ ਆਫ ਵਾਰੀਅਰਸ, ਗਰੁੱਪ ਬਣ ਕੇ, ਚਲੋ ਬਈ ਇਹਨਾਂ ਦੇ ਅਟੈਕ ਕਰੋ ਕੈਂਪ ਨੂੰ ਰਾਤ ਵਿੱਚ, ਔਰ ਇਹਨਾਂ ਨੂੰ ਰਿਲੀਜ਼ ਕਰਾਓ, ਬਚਾਓ। ਔਰ ਜਿਹੜੇ ਬਚ ਜਾਂਦੇ ਸੀਗੇ ਉਹਨਾਂ ਨੂੰ ਕਹਿੰਦੇ ਸੀ ਫਿਰ ਤੁਸੀਂ ਆਪਣੇ ਆਪਣੇ ਘਰ, ਤੁਹਾਨੂੰ ਅਸੀਂ ਲੈ ਜਾਵਾਂਗੇ, ਅਸੀਂ ਤੁਹਾਡੀ ਰਾਖੀ ਕਰਾਂਗੇ। ਤੇ ਕਹਿਣ ਦਾ ਮਤਲਬ ਹੈ ਉਹ ਜਜ਼ਬਾ ਮੇਰੇ ਮਨ ਵਿੱਚ ਸੀ। ਪਤਾ ਨਹੀਂ ਮੈਂ ਸੀਗਾ ਕਿ ਨਹੀਂ, ਪਰ ਮੈਨੂੰ ਲੱਗਦਾ ਸੀ ਮੈਂ ਪਿਛਲੇ ਜਨਮ 'ਚ ਇਹੋ ਜਿਹਾ ਵਾਰੀਅਰ ਸੀਗਾ, ਸਿੱਖ ਵਾਰੀਅਰ। ਤੇ ਵਾਰੀਅਰ ਜਿਹਦਾ ਮੁੱਦਾ ਇਹ ਸੀਗਾ, ਵਾਰੀਅਰ ਐਂਡ ਅ ਵਿਨਰ, ਮਤਲਬ ਹਾਰਨ ਵਾਲਾ ਵਾਰੀਅਰ ਤੇ ਨਹੀਂ ਮੈਂ ਬਣਨਾ ਚਾਹੁੰਦਾ ਸੀ। ਆਈ ਵਾਂਟਡ ਟੂ ਵਿਨ। ਮੈਂ ਆਪਣੇ ਸੋਲਜਰ ਨੂੰ ਵੀ ਕਹਿੰਦਾ ਸੀ, ਬੇਟਾ ਦੇਖੋ ਸਾਡੀ ਟੀਮ ਇੰਨੀ ਤਗੜੀ ਹੋਣੀ ਚਾਹੀਦੀ ਕਿ ਸਾਡੀ ਵਿਕਟਰੀ ਜਿਹੜੀ ਹੈ ਇਨਿੰਗਸ ਡਿਫੀਟ ਵਾਕਨ ਹੋਣੀ ਚਾਹੀਦੀ। ਮੈਂ ਬਾਕਸਰ ਨੂੰ ਕਹਿੰਦਾ ਸੀ, ਮੈਂ ਜਵਾਨਾਂ ਨੂੰ ਕਹਿੰਦਾ, ਦੇਖੋ ਬਈ ਸਾਡਾ ਬਾਕਸਰ ਇਹ ਚੈਂਪੀਅਨ ਹੈਗਾ, ਤੁਸੀਂ ਇਹਨੂੰ ਕਿਸ ਤਰ੍ਹਾਂ ਜਿੱਤਣਾ ਚਾਹੁੰਦੇ ਹੋ, ਮਤਲਬ ਇਹ ਜਿੱਤਣਾ ਦੇਖਣਾ ਚਾਹੁੰਦੇ ਹੋ ਕਿ ਪੁਆਇੰਟਸ ਤੇ ਜਿੱਤੇ ਜਾਂ ਨੌਕਆਊਟ ਤੇ। ਮੈਂ ਕਿਹਾ ਜਿਹੜੇ ਪੁਆਇੰਟਸ ਵਾਲੇ ਹੱਥ ਖੜਾ ਕਰੋ, ਕੋਈ ਨਾ ਕਰੇ, ਨੌਕਆਊਟ ਸਾਰੇ ਕਰਨ। ਤੇ ਕਹਿਣ ਦਾ ਮਤਲਬ ਹੈ ਕਿ ਵਿਨਿੰਗ ਵਿਦ ਐਮਫੈਟਿਕ ਵਿਕਟਰੀ, ਠੀਕ ਹੈ ਜੀ, ਉਹਦਾ ਡਾਊਟ ਨਹੀਂ ਹੋਣਾ ਚਾਹੀਦਾ। तो ਐਗਜ਼ੈਕਟਲੀ ਉਸ ਤਰ੍ਹਾਂ ਉਹ ਮੇਰਾ ਨਾਂ ਹੀ ਪਾਤਾ ਜੀ ਰੌਕੀ ਪੰਚ, ਕਿਉਂਕਿ ਮੇਰਾ ਪੰਚ ਨੌਕਆਊਟ ਹੁੰਦਾ ਸੀ। ਤੇ ਮੇਰੇ ਕਹਿੰਦੇ ਜੀ ਤੁਸੀਂ ਮੁਕਾਬਲੇ ਨੂੰ ਪਿੱਛੇ ਛੱਡ ਜਾਂਦੇ ਹੋ। ਮੈਂ ਕਿਹਾ ਬਈ ਦੇਖੋ ਅਸੀਂ ਸਵੇਰੇ 5 ਵਜੇ ਉੱਠ ਕੇ ਮਿਹਨਤ ਕਰਦੇ ਹਾਂ, ਤੁਸੀਂ 7 ਵਜੇ ਕਰਦੇ ਹੋ, 2 ਘੰਟੇ ਦੀ ਲੀਡ ਤੇ ਅਸੀਂ ਲਈਏ। ਉਹ ਮੈਂ ਹਮੇਸ਼ਾ ਇਹੀ ਕਿਹਾ, every step was a competition. Out of 3 colonels only 1 would make a brigadier. ਤੇ ਆਪਾਂ ਬਣ ਗਏ। Out of 3 brigadiers only 1 will make a major general. ਇੰਨੀ ਸਟੀਪ ਪਿਰਾਮਿਡ ਹੈਗੀ। ਤੇ ਉਹਦੇ ਚ ਇਸ ਤਰ੍ਹਾਂ ਤੇ ਬਣ ਨਹੀਂ ਸਕਦੇ ਤੁਸੀਂ, ਆਪਣੀ ਕਾਬਲੀਅਤ ਤੇ ਬਣ ਸਕਦੇ ਹੋ, ਆਪਣੇ ਅਚੀਵਮੈਂਟਸ ਦੇ ਨਾਲ ਬਣ ਸਕਦੇ ਹੋ। ਤੇ ਮੈਂ ਹਮੇਸ਼ਾ I was an achiever. I tried to be an achiever. I tried to produce great results, outstanding results. So ਮੈਂ ਕਿਹਾ ਜੀ ਜਿਸ ਦਿਨ ਤੁਸੀਂ ਮੈਨੂੰ ਕਹੋ ਕਿ ਮੈਂ ਠੀਕ ਨਹੀਂ, ਇਹ ਠੀਕ ਹੈ, ਮੇਰੇ ਪਿੱਛੇ ਵਾਲਾ ਠੀਕ ਹੈ, ਮੈਂ ਕਹਾਂਗਾ ਜੀ ਥੈਂਕ ਯੂ ਵੈਰੀ ਮਚ, ਮੈਂ ਬਹੁਤ ਇੰਜੋਏ ਕੀਤਾ ਹੈ, ਬਹੁਤ ਸੈਟਿਸਫੈਕਸ਼ਨ ਮਿਲੀ ਹੈ। ਆਈ ਵਿਲ ਗ੍ਰੇਸਫੁਲੀ ਐਗਜ਼ਿਟ। ਉੱਪਰ ਉਹਨੂੰ ਉੱਤੇ ਚੁੱਕਦੇ ਗਏ। ਤੇ ਇਹ ਲਾਈਫ ਦਾ ਹੈਗਾ ਜੀ, ਬੜੇ ਚੈਲੰਜਸ ਆਏ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਸ਼ਮੀਰ ਦੇ ਵਿੱਚ ਮੈਂ ਬ੍ਰਿਗੇਡੀਅਰ ਸੀਗਾ, ਹਰ ਆਪਰੇਸ਼ਨ 'ਚ ਮੈਂ ਚਲੇ ਜਾਂਦਾ ਸੀ। ਮੇਰੇ ਸੀਓ ਕਹਿੰਦੇ ਸਰ ਆਪ ਹੈਡਕੁਆਟਰ में रहो, आप आगे क्यों? मैंने कहा जी ਤੁਸੀਂ ਗੋਲੀਆਂ ਝੇਲ ਰਹੇ ਹੋ ਤਾਂ ਮੈਂ ਵੀ ਆ ਜਾਵਾਂਗਾ,
ਤੁਹਾਨੂੰ ਸਲਾਹ ਦੇ ਦੇਵਾਂਗਾ, ਇੰਟਰਫੇਅਰ ਨਹੀਂ ਕਰਾਂਗਾ। ਮੈਨੂੰ ਗੋਲੀ ਇੱਕ ਵਾਰੀ ਲੱਗੀ ਔਰ ਬਚ ਗਿਆ, ਦੂਜੀ ਵਾਰੀ ਕੀਤਾ ਅਟੈਕ ਫਿਰ ਬਚ ਗਿਆ, 3 ਵਾਰੀ ਮੇਰੇ ਉੱਤੇ ਅਟੈਂਪਟ ਕੀਤੇ ਉਹਨਾਂ ਨੇ, ਬਟ ਰੱਬ ਨੇ ਬਚਾਇਆ, ਬਸ ਹੋਰ ਕੁਝ ਨਹੀਂ। ਤੇ ਤੁਸੀਂ ਜਦੋਂ ਦੇਖਦੇ ਵੀ ਕਾਰਗਿਲ ਦੀ ਵਾਰ ਦੇ ਵਿੱਚ ਵੀ ਤੁਸੀਂ ਅੱਗੇ ਰਹੇ ਤੇ ਬਾਕੀ ਤੁਸੀਂ, ਮੈਂ ਹੈਰਾਨ ਹੈ ਕਿ ਜਿਹੜੀਆਂ ਜਿਹਦੀ ਮੈਂ ਤੁਹਾਡੀ ਥੋੜੀ ਜਿਹੀ ਕਿ ਬਾਇਓਗ੍ਰਾਫੀ ਤਾਂ ਮੈਂ ਜ਼ਰੂਰ ਜਿੱਦਾਂ ਕਹਿੰਦੇ ਪੜੋਗੇ, ਹਾਂਜੀ, ਤੇ ਬਾਕੀ ਹੈ ਜਿਹੜੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਮੈਨੂੰ ਕੁਇਕਲੀ ਮਿਲੀ ਹੈਗੀ ਉਹਦੇ 'ਚ, ਕਿਉਂਕਿ ਮੈਂ ਜਿਸ ਦਿਨ ਮੈਨੂੰ ਪਤਾ ਲੱਗਾ ਸੀ ਤੁਹਾਡੀ ਮੈਂ ਪਿਕਚਰ ਜਿਹੜੀ ਆਰਮੀ ਸਾਰੀ ਆਲ ਦੀ ਡੈਕੋਰੇਟਿੰਗ ਐਵਰੀਥਿੰਗ ਉਹ ਦੇਖੀ ਸੀਗੀ ਫੋਟੋ, ਅੱਜ ਤੇ ਤੁਸੀਂ ਸਿਵਿਲੀ ਮਿਲੇ ਮੈਂ, ਉਹ ਮੈਂ ਫੋਟੋ ਦੇਖ ਕੇ ਮੈਂ ਆਈ ਵਾਸ ਵੈਰੀ ਇਨਸਪਾਇਰਡ ਤੇ ਮੈਂ ਜ਼ਰੂਰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਤੁਹਾਨੂੰ ਮਿਲਣਾ ਚਾਹਨਾ ਤੇ ਚਲੋ ਵਾਹਿਗੁਰੂ ਨੇ ਅੱਜ ਸਮਾਂ ਵੀ ਪੂਰਾ ਕਰ ਦਿੱਤਾ। ਪਰ ਜਦੋਂ ਇਹ ਚੀਜ਼ਾਂ ਨੂੰ ਦੇਖਦੇ ਹਾਂ ਅਸੀਂ, ਸਟੈਪ ਬਾਏ ਸਟੈਪ ਚੱਲਦੇ ਹੈਗੇ ਹਾਂ, ਤੇ ਇਹਦੇ ਵਿੱਚ ਤੁਹਾਡੀਆਂ ਅਚੀਵਮੈਂਟਸ ਦੇ ਨਾਲ ਤੁਹਾਨੂੰ ਉਹਨਾਂ ਨੇ ਆਨਰ ਵੀ ਤਾਂ ਕੀਤਾ ਹੋਏਗਾ ਨਾ ਕਿ ਕਿਹੜੀਆਂ ਚੀਜ਼ਾਂ ਦੇ ਨਾਲ, ਕਿਉਂਕਿ ਜਿੱਦਾਂ ਹੁੰਦਾ ਸਿਵਿਲੀਅਨ ਜਿਹੜੇ ਹੈਗੇ ਨੇ ਇੱਥੇ ਇੰਗਲੈਂਡ ਦੇ ਵਿੱਚ MBE OBE ਸਰ, ਤੇ ਇਸ ਤਰ੍ਹਾਂ ਇੰਡੀਆ ਦੇ ਵਿੱਚ ਆਪਣੇ ਪਦਮ ਸ਼੍ਰੀ, ਪਦਮ ਭੂਸ਼ਣ ਜਾਂ ਮਤਲਬ ਅਸ਼ੋਕ ਚੱਕਰ ਜਾਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ, ਤੇ ਆਰਮੀ ਦੇ ਮੈਡਲਸ ਜਿਹੜੇ ਮਿਲਦੇ ਹੈਗੇ। ਤੇ ਸੋ ਕੈਨ ਯੂ ਟੇਕ ਮੀ ਥਰੂ ਦੈਟ? ਵੈਲ ਆਈ ਵਾਜ਼ ਵੈਰੀ ਫਾਰਚੂਨੇਟ ਕਿ ਮੇਰੇ ਸੁਪੀਰੀਅਰਸ ਨੇ ਮੈਨੂੰ ਰეკਮੈਂਡ ਕੀਤਾ ਹਰ ਲੈਵਲ ਤੇ ਮੈਨੂੰ ਲੀਡਰਸ਼ਿਪ ਦੇ ਵਾਸਤੇ ਡਿਸਟਿੰਗੁਇਸ਼ਡ ਸਰਵਿਸ ਅਵਾਰਡ ਮਿਲਿਆ ਹੈਗਾ, ਔਰ ਮੈਨੂੰ ਫਾਈਨਲੀ ਪਰਮ ਵਿਸ਼ਵ ਸੇਵਾ ਮੈਡਲ ਮਿਲਿਆ, ਉਹ ਤੋਂ ਪਹਿਲੇ ਅਤੀ ਵਿਸ਼ਵ ਸੇਵਾ ਮੈਡਲ ਮਿਲਿਆ। ਇਹ ਮਿਲਟਰੀ ਡੈਕੋਰੇਸ਼ਨ ਸੀਗੀਆਂ, ਪ੍ਰੈਜ਼ੀਡੈਂਟ ਦੇ ਤਰਫੋਂ ਮਿਲਦੀਆਂ ਨੇ ਜੀ ਜੀ, ਔਰ ਮੇਰੀ ਕਿਸਮਤ 'ਚ ਲਿਖਿਆ ਸੀ ਹੁਣ 3 ਮਹੀਨੇ ਪਹਿਲੇ ਮੈਨੂੰ ਫਰਾਂਸ ਦੀ ਗਵਰਨਮੈਂਟ ਤੋਂ ਦ ਫ੍ਰੈਂਚ ਪ੍ਰੈਜ਼ੀਡੈਂਟ ਹੈਜ਼ ਗਿਵਨ ਮੀ ਅਵਾਰਡ ਕਾਲਡ ਲੀਜਨ ਦੇ ਆਨਰ। ਅੱਛਾ ਜੀ, ਉਹ ਜੀ ਸਿਰਫ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਮਤਲਬ ਉਹਨਾਂ ਦੇ ਹਿਸਾਬ ਨਾਲ ਮੈਰੀਟੋਰੀਅਸ ਹੁੰਦੇ ਨੇ, ਤੇ ਉਹਦੀ ਸਾਈਟੇਸ਼ਨ 'ਚ ਲਿਖਿਆ ਹੈ ਕਿ ਆਊਟਸਟੈਂਡਿੰਗ ਲੀਡਰਸ਼ਿਪ ਆਫ ਦ ਇੰਡੀਅਨ ਆਰਮ ਫੋਰਸਿਸ, ਮਾਡਰਨਾਈਜੇਸ਼ਨ ਆਫ ਦ ਇੰਡੀਅਨ ਆਰਮ ਫੋਰਸਿਸ ਐਂਡ ਫॉर uplifting the level of cooperation between India and France military in military field, ਉਹਦੇ ਵਾਸਤੇ ਦਿੱਤਾ ਮੈਨੂੰ ਇਹ ਮੈਡਲ। ਔਰ ਹਿੰਦੁਸਤਾਨ 'ਚ ਮੇਰੇ ਖਿਆਲ ਸਾਡੀ ਆਜ਼ਾਦੀ ਤੋਂ ਬਾਅਦ ਔਰ ਪਹਿਲੇ ਵੀ 27 ਲੋਕਾਂ ਨੂੰ ਮਿਲੇ ਇਹ ਡੈਕੋਰੇਸ਼ਨ ਲੀਜਨ ਦੇ ਆਨਰ, ਉਹ ਵੀ ਮੇਰੇ ਕਿਸਮਤ 'ਚ ਆਇਆ। ਤੇ ਜਦੋਂ ਜੇ ਜੀ ਅਸੀਂ ਓਵਰਆਲ ਸਿੱਖੀ ਦੀ ਗੱਲ ਕਰਦੇ ਹਾਂ ਜੀ, ਆਰਮੀ ਦੇ ਵਿੱਚ ਜਾਂ ਆਊਟਸਾਈਡ ਸਿੱਖੀ ਦੀ ਗੱਲ ਕਰਦੇ ਹਾਂ, ਇਹੋ ਜਿਹੀਆਂ ਕਿਸੇ ਤਰ੍ਹਾਂ ਦੀ ਗੱਲ ਕਰਦੇ, ਪਰ ਚਲੋ ਇਹ ਸਵਾਲ ਤੇ ਕੰਟਰੋਵਰਸ਼ੀਅਲ ਹੈ ਕਿ ਪਿਛਲੀ ਜਿਹੜੀ 26 ਜਨਵਰੀ ਗਈ ਹੈ ਤੇ ਵਾਈ ਵਾਸ ਦੀ ਆਰਮੀ ਉੱਥੇ 26 ਜਨਵਰੀ ਜਦੋਂ ਦਿਖਾਉਂਦੇ ਹੈਗੇ ਆ, ਤੇ ਆਈਵ ਹਰਡ ਔਰ ਸੋਰਟਸ ਆਫ ਸਟੋਰੀਜ਼, ਮੈਂ ਮਤਲਬ ਆਈ ਜਸਟ ਵਾਂਟ ਟੂ ਨੋ ਯੂਰ ਵਿਊ ਵੀ ਇਹ ਕਿਉਂ ਨਹੀਂ ਐਤਕੀ ਪਹਿਲੀ ਵਾਰੀ ਜਦੋਂ ਪਰੇਡ ਕੀਤੀ ਗਈ ਹੈ ਉੱਥੇ ਸਿੱਖ ਜਿਹੜੇ ਯੂਨਿਟ ਸੀਗੇ ਉਹ ਨਹੀਂ ਦਿਖਾਏ ਗਏ? ਇਸ ਤਰ੍ਹਾਂ ਹੈ ਜੀ, ਮੈਨੂੰ ਤੇ ਯਕੀਨ ਹੈ ਤੇ ਸਾਡੇ ਦੇਸ਼ ਵਿੱਚ ਕੋਈ ਐਸੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਜੀ, ਤੇ ਉਹ ਵਾਰੀ ਟਰਨ ਰੈਜੀਮੈਂਟ ਦੀ ਵਾਰੀ ਆਉਂਦੀ ਹੈ ਰਿਪਬਲਿਕ ਡੇ ਪਰੇਡ ਵਿੱਚ ਹਿੱਸਾ ਲੈਣ ਵਾਸਤੇ, ਤੇ ਇਸ ਵਾਰੀ ਹੋ ਗਿਆ ਕੋਇਨਸੀਡੈਂਸ ਕਿ ਕੋਈ ਨਾ ਸਿੱਖ ਲਾਈਟ ਇਨਫੈਂਟਰੀ ਦੀ ਵਾਰੀ ਆਈ ਹੈ। ਉਹ ਇਹ ਨਹੀਂ ਹੈਗਾ ਕਿ ਕੋਈ ਕਾਰਨ ਸੀਗਾ, ਇਟ ਵਾਸ ਜਸਟ ਦੈਟ ਰੋਟੇਸ਼ਨ ਦਾ ਸਿਸਟਮ ਜਿਹੜਾ ਹੈਗਾ ਇਸ ਵਾਰੀ ਮਰਾਠਾ ਰੈਜੀਮੈਂਟ ਹਰ ਵਾਰੀ ਨਹੀਂ ਆਉਂਦੀ, 2-3 ਸਾਲਾਂ ਬਾਅਦ ਵਾਰੀ ਆਉਂਦੀ ਹੈ, ਤੇ ਇਹਨੂੰ ਗਲਤ ਤਰੀਕੇ ਨਾਲ ਨਾ ਦੇਖਿਆ ਜਾਏ। ਤੇ ਕਹਿਣ ਦਾ ਮਤਲਬ ਇਹ ਹੈ ਕਿ ਬਾਕੀ ਹੋਰ ਰੈਜੀਮੈਂਟਸ ਦੇ ਵਿੱਚ, ਬਾਕੀ ਬੈਂਡਸ ਦੇ ਵਿੱਚ ਸਿੱਖ ਸੀਗੇ, ਤੇ ਕਹਿਣ ਦਾ ਇਹ ਹੀ ਮਤਲਬ ਹੈ ਕਿ ਇਹਦੇ 'ਚ ਨਾ ਇਹ ਕੋਈ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਸੀਗੀ, ਇਹ ਟਰਨਓਵਰ ਰੋਟੇਸ਼ਨ ਹੁੰਦਾ ਇਸ ਕਰਕੇ। ਅੱਛਾ, ਕਿਉਂਕਿ ਇਹਦੀ ਮੈਂ ਤਾਂ ਸਵਾਲ ਪੁੱਛਿਆ ਕਿਉਂਕਿ ਇਹਦੇ 'ਚ ਬਹੁਤ ਵੱਖਰੀਆਂ ਪੇਪਰਾਂ ਦੇ ਵਿੱਚ ਗਲਤ ਫਹਿਮੀਆਂ ਨੇ, ਔਰ ਸਾਡੇ ਮੀਡੀਆ ਵਾਲੇ ਕਈ ਤੇ ਜ਼ਿਆਦਾ ਇਨਫੋਰਮ ਨਹੀਂ ਹੁੰਦੇ। ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕਿਸ ਤਰ੍ਹਾਂ ਯੂਨਿਟਾਂ ਸਿਲੈਕਟ ਕੀਤੀਆਂ ਜਾਂਦੀਆਂ ਇਸ ਰਿਪਬਲਿਕ ਡੇ ਪਰੇਡ ਵਾਸਤੇ, ਬਿਕੋਜ਼ ਪਰੇਡ ਨੂੰ ਛੋਟਾ ਵੀ ਕਰਨਾ ਚਾਹੁੰਦੇ ਨੇ, ਘੱਟ ਕਰਨਾ ਚਾਹੁੰਦੇ ਨੇ। ਪਰੇਡ ਦੇ ਮਾਰਚਿੰਗ ਕੰਟੀਨਜੈਂਟਸ ਪਹਿਲੇ ਲੰਬਾ ਹੋ ਜਾਂਦਾ ਸੀ, ਖਿੱਚ ਜਾਂਦਾ ਸੀ, ਤੇ ਉਹ ਛੋਟਾ ਕਰ ਰਹੇ, ਤੇ ਜਿਹੜੀਆਂ ਅਰੇਂਜਮੈਂਟ ਦੀ ਵਾਰੀਆਂ ਆਉਂਦੀਆਂ ਨੇ ਉਹਦੇ ਮੁਤਾਬਿਕ ਜਾਂਦੇ ਨੇ, ਭਾਵੇਂ ਰਿਪਬਲਿਕ ਡੇ ਪਰੇਡ ਹੋਏ, ਭਾਵੇਂ ਯੂਨਾਈਟਿਡ ਨੇਸ਼ਨਸ ਦੀ ਮਿਸ਼ਨਸ ਤੇ ਫੌਜਾਂ ਜਾਂਦੀਆਂ ਨੇ ਸਾਡੀਆਂ, ਉਹ ਰੋਟੇਸ਼ਨ ਸਿਸਟਮ ਹੈ, ਉਹਦੇ ਮੁਤਾਬਿਕ ਚੱਲਦੀਆਂ। ਓਕੇ ਸਰ, ਜਦੋਂ ਤੁਸੀਂ ਆਰਮੀ ਤੋਂ ਰਿਟਾਇਰ ਹੋ ਗਏ ਹੋ ਤੇ ਯੂ ਆਰ ਅਪਾਇੰਟਡ ਗਵਰਨਰ, ਹਾਂਜੀ, ਤੇ ਉਹ ਜਿਹੜੀ ਤੁਹਾਡੀ ਗਵਰਨਰਸ਼ਿਪ ਸੀਗੀ ਉਹ ਮਤਲਬ ਕਿੰਨੀ ਦੇਰ ਤੇ ਕਿੱਥੇ ਸੀਗੀ, ਤੇ ਉਹ ਆਰ ਯੂ ਸਟਿਲ ਅ ਗਵਰਨਰ ਜਾਂ ਮਤਲਬ ਹੁਣ ਤੁਸੀਂ ਕੀ ਕਰ ਰਹੇ ਹੋ? ਐਕਚੁਅਲੀ ਸਰਦੂਲ ਜੀ, ਮੇਰਾ ਲਾਈਫ ਵਿੱਚ ਨਾ
ਮੇਰੇ ਡਿਕਸ਼ਨਰੀ 'ਚ ਰਿਟਾਇਰਮੈਂਟ ਵਰਡ ਹੈ ਹੀ ਨਹੀਂ। ਅੱਛਾ ਜੀ। ਤੇ ਇਸ ਕਰਕੇ ਜਦੋਂ ਮੈਨੂੰ ਮੀਡੀਆ ਨੇ ਵੀ ਪੁੱਛਿਆ ਹੁਣ ਕੀ ਕਰੋਗੇ ਜਨਰਲ ਸਾਹਿਬ ਰਿਟਾਇਰ ਹੋ ਗਏ, ਮੈਂ ਕਿਹਾ ਰਿਟਾਇਰਮੈਂਟ ਤੇ ਮੇਰੇ ਡਿਕਸ਼ਨਰੀ 'ਚ ਹੈ ਨਹੀਂ। ਕਹਿੰਦੇ ਫਿਰ ਹੋਏਗਾ ਕੀ? ਮੈਂ ਕਿਹਾ ਮੈਨੂੰ ਨਹੀਂ ਪਤਾ, ਪਰ ਜਿਸ ਤਰ੍ਹਾਂ ਸੈਕੰਡ ਇਨਿੰਗ ਹੁੰਦੀ ਹੈ ਕ੍ਰਿਕਟ ਵਿੱਚ, ਫੁੱਟਬਾਲ ਦਾ ਸੈਕੰਡ ਹਾਫ ਹੁੰਦਾ ਹੈ, ਹਾਕੀ ਦਾ ਸੈਕੰਡ ਹਾਫ ਹੁੰਦਾ ਹੈ, ਇਟ ਕੁਡ ਬੀ ਦੈਟ ਮਾਈ ਸੈਕੰਡ ਇਨਿੰਗ ਮੇ ਬੀ ਐਜ਼ ਇੰਟਰਸਟਿੰਗ ਇਫ ਨਾਟ ਮੋਰ ਇੰਟਰਸਟਿੰਗ। ਕਹਿੰਦੇ ਕੀ ਹੋਏਗਾ? ਹਾਂਜੀ, ਤੇ ਮੈਂ ਸੈਕੰਡ ਇਨਿੰਗ ਮੈਨੂੰ ਦੇਖੋ ਜੀ, ਲੋਕ ਇੱਧਰ ਦੌੜਦੇ ਨੇ ਉੱਧਰ ਦੌੜਦੇ ਨੇ, ਨਾ ਮੈਂ ਚੀਫ ਵਾਸਤੇ ਕਿਸੇ ਕੋਲ ਗਿਆ, ਨਾ ਕਦੀ ਮੈਂ ਕਿਸੇ ਨਾਲ ਰਿਕਮੈਂਡੇਸ਼ਨ ਕੀਤੀ। ਮੈਂ ਕਿਹਾ ਮੈਰਿਟ ਮੇਰੀ ਹੈ, ਏਜ ਮੇਰੇ ਫੇਵਰ ਵਿੱਚ ਹੈ, ਮੇਰਾ ਟਰਨ ਆ ਰਿਹਾ, ਕਿਉਂ ਰੋਕੇਗਾ ਕੋਈ? ਮੈਨੂੰ ਬਣਾਇਆ ਜੀ ਉਹਨਾਂ ਨੇ। ਫਿਰ ਕੋਈ ਵੀ ਗਵਰਨਮੈਂਟ ਹੁੰਦੀ ਮੈਨੂੰ, ਕਿਉਂਕਿ everything fell into place। ਓਕੇ, ਉਹ ਰੱਬ ਕਰਨ ਵਾਲਾ ਹੈ ਜੀ। ਤੇ if it fell into place ਫਿਰ ਉਹਨੇ ਕਿਹਾ ਜੀ ਇਹ ਬਣੇਗਾ ਵੀ। ਹਾਂਜੀ। ਮੇਰੀ ਮਦਰ ਨੇ 5 ਅਖੰਡ ਪਾਠ ਸੁੱਖੇ ਕਿ ਮੇਰਾ ਬੇਟਾ ਡਿਜ਼ਰਵਿੰਗ ਹੈਗਾ, ਸੀਨੀਅਰ ਹੈਗਾ, ਔਰ ਹੁਣ ਫਾਈਨਲ ਸਟੇਜ ਤੇ ਆ ਗਿਆ ਹੈ, ਇਹ ਬਣੇ ਤੇ ਮੈਂ 5 ਅਖੰਡ ਪਾਠ ਮੈਂ ਉਹਦੇ ਵਾਸਤੇ ਕਰਾਂਗੀ। ਉਹਨਾਂ ਨੇ ਕੀਤੇ। ਔਰ ਮੇਰੇ ਚੀਫ ਬਣਨ ਤੋਂ ਬਾਅਦ ਸ਼ੀ ਵਾਜ਼ 80+, ਚੀਫ ਬਣਨ ਤੋਂ ਬਾਅਦ ਮੰਨੋਗੇ ਨਹੀਂ, ਆਪਣੇ ਫਰੈਂਡ ਨੂੰ ਕਿਟੀ ਪਾਰਟੀ ਇਹ ਉਹ ਪੂਰੀ ਲਾਈਫ ਲੀਡ ਕਰਦੇ ਸੀ, ਬੜੇ ਪਾਇਸ ਸੀਗੀ। ਉਹਨਾਂ ਨੇ ਜੀ ਆਪਣੇ ਸਭ ਨੂੰ ਫਰੈਂਡ ਨੂੰ ਪਾਰਟੀ ਕੀਤੀ ਔਰ ਸਭ ਕੁਝ ਹੋਇਆ, ਔਰ 10 ਦਿਨਾਂ ਬਾਅਦ ਗੁਜ਼ਰ ਗਏ। ਮਤਲਬ ਉਹਨਾਂ ਨੇ ਰੱਬ ਨਾਲ ਕੋਈ ਡੀਲ ਕੀਤੀ ਕਿ ਵਾਹਿਗੁਰੂ ਮੇਰੇ ਬੇਟੇ ਨੂੰ ਇੱਥੇ ਪਹੁੰਚਾ ਦੇ ਤੇ ਫਿਰ ਮੈਂ ਤੇਰੇ ਕੋਲ, ਯੂ نو। ਸੋ ਇਟਸ ਸੋ ਟੱਚਿੰਗ। ਉਹਨਾਂ ਦੀ ਬਲੇਸਿੰਗ ਉਹ ਸ਼ਾਇਦ ਹੁਣ ਉੱਤੋਂ ਦੇਖ ਰਹੇ ਹੋਣੇ ਇਹ ਪ੍ਰੋਗਰਾਮ ਜਿਹੜਾ ਹੋ ਰਿਹਾ, ਉਹਨਾਂ ਦੀ ਯਾਦ ਹੈ। ਬਟ ਅਸਲੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਕਿਸੇ ਦੇ ਹੱਥ ਵਿੱਚ ਨਹੀਂ ਹੁੰਦਾ। ਤੇ ਮੈਂ ਇਹੀ ਕਹਿਣਾ ਕਿ ਚੁਣੌਤੀਆਂ ਬੜੀਆਂ ਮੈਂ ਦੇਖੀਆਂ, ਔਰ ਜਦੋਂ ਮੈਂ ਕਮਿਸ਼ਨ ਹੋਇਆ ਸੀ ਤੇ ਮੈਂ ਇਹੀ ਆਪਣੇ ਮਨ 'ਚ ਠਾਣਿਆ ਕਿ ਬਈ ਦੇਖ, ਮੈਂ ਇਸ ਯੂਨਿਟ ਦਾ CEO ਬਣਾਂਗਾ, ਬਹੁਤ ਖੁਸ਼ ਹੋ ਜਾਊਂਗਾ। ਮੇਰੀ ਕਰਨਲ ਐਂਡ CEO ਆਫ ਦਾ ਬਟਾਲੀਅਨ ਜਿਹਦੇ 'ਚ ਮੇਰੀ ਕਮਿਸ਼ਨ ਹੋਈ ਹੈ, ਜਾਂ ਰੈਜੀਮੈਂਟ ਜਿਹੜੀ ਹੁੰਦੀ ਹੈ ਉਹਦੇ 'ਚ CEO ਬਣ ਜਾਵਾਂ, ਉਹੀ ਮੇਰਾ ਓਬਜੈਕਟਿਵ ਸੀਗਾ। ਉਸ ਤੋਂ ਅੱਗੇ ਮੈਰਿਟ ਦੇ ਮੁਤਾਬਿਕ ਮੈਨੂੰ ਉੱਤੇ ਪ੍ਰਮੋਟ ਕੀਤਾ ਗਿਆ। ਫਾਈਨਲੀ ਆਈ ਬਿਕੇਮ ਦਾ ਚੀਫ। ਸੋ ਆਈ ਡੋਂਟ ਸੇ ਕਿ ਮੈਂ ਕੋਈ ਮਤਲਬ ਮੈਨੂੰ ਕੁਛ ਨਾਜਾਇਜ਼ ਚੀਜ਼ ਮਿਲੀ ਜਾਂ ਆਈ ਮੈਨੂਵਰਡ ਔਰ ਆਈ ਮੈਨੂਪੂਲੇਟਡ, ਨੋ। ਗੋਡ ਇਜ਼ ਕਾइंड, ਗੋਡ ਇਜ਼ देयर। ਆਪਣੇ ਕੰਮ ਦੇ ਵਿੱਚ ਅਚੀਵਮੈਂਟ ਦੇ ਮੁਤਾਬਿਕ ਮੈਂ ਉੱਤੇ ਪਹੁੰਚਿਆ। ਤੇ ਨਾ ਚੀਫ ਵਾਸਤੇ ਮੈਂ ਕਦੀ ਕਿਸੇ ਦੇ ਕੋਲ ਗਿਆ ਲੌਬਿੰਗ ਕਰਨ ਵਾਸਤੇ। ਉਹ ਤੋਂ ਬਾਅਦ ਤੇ ਮੈਂ ਰਿਟਾਇਰ ਹੋ ਕੇ ਆ ਗਿਆ ਫਰਾਂਸ ਵਿੱਚ ਆਪਣੇ ਬੱਚੇ ਕੋਲ। ਉੱਥੇ ਛੁੱਟੀ ਮਨਾ ਰਹੇ ਸੀ ਤੇ ਮੈਨੂੰ ਮੈਸੇਜ ਆਇਆ ਜੀ NSA ਬੁਲਾ ਰਿਹਾ ਹੈ। ਤੇ ਮੈਂ ਕਿਹਾ ਠੀਕ ਹੈ, ਜਦੋਂ ਆਵਾਂਗੇ ਮਿਲਾਂਗਾ। ਮਿਲਿਆ, ਕਹਿੰਦਾ ਜੀ ਹਾਊ ਵੁੱਡ ਯੂ ਫੀਲ ਇਫ ਗਵਰਨਮੈਂਟ ਅਪਾਇੰਟਸ ਯੂ ਐਜ਼ ਗਵਰਨਰ। ਤੇ ਮੈਂ ਕਿਹਾ ਜੀ ਮੈਂ ਤੇ ਇਸ ਸਵਾਲ ਦੇ ਵਾਸਤੇ ਤਿਆਰ ਹੀ ਨਹੀਂ ਆ। ਮੈਂ ਸੋਚਿਆ ਤੁਸੀਂ ਮੈਨੂੰ ਪੁੱਛੋਗੇ ਕਸ਼ਮੀਰ ਦੀ ਕੋਈ ਐਡਵਾਈਸ ਹੈ, ਨਾਰਥ ਈਸਟ ਦੀ ਕੋਈ ਐਡਵਾਈਸ ਹੈ, ਇਹ ਤੇ ਮੈਨੂੰ ਪਤਾ ਹੀ ਨਹੀਂ। ਲੋਕ ਤੇ ਅੱਗੇ ਪਿੱਛੇ ਦੌੜਦੇ ਨੇ, ਕਿਸੇ ਨੂੰ ਲੌਬੀ ਕੁਛ ਨਹੀਂ ਮੈਂ ਕੀਤਾ। ਔਰ ਮੈਂ ਕਿਹਾ ਜੀ ਦੇਖੋ, ਔਨ ਦਾ ਫੇਸ ਆਫ ਇਟ ਤੇ ਇਟ ਇਜ਼ 4 levels higher in the protocol in India from army chief to be the governor. Okay. Army chief is 12th, governor is 8th. ਤੇ ਮੈਂ ਤਾਂ ਬੜਾ ਖੁਸ਼ ਹਾਂ। ਫਿਰ ਮੈਂ ਉਹਦੇ ਆਫਿਸ ਤੋਂ ਬਾਹਰ ਨਿਕਲਣ ਲੱਗਾ, ਫਿਰ ਵਾਪਸ ਆ ਗਿਆ। ਮੈਂ ਕਿਹਾ ਜੀ ਹੁਣ ਤੁਸੀਂ ਇਸ ਦਾ ਮੈਂਸ਼ਨ ਕੀਤਾ ਹੈ ਤੇ ਜਿਹੜਾ ਵੀ ਮੈਨੂੰ ਜੌਬ ਦਿਓਗੇ ਮੈਨੂੰ ਇੱਕ ਚੈਲੰਜਿੰਗ ਜੌਬ ਦੇ ਦੇਣਾ। ਅੱਛਾ, ਬਸ ਇੰਨਾ ਹੀ ਕਹਿ ਕੇ ਮੈਂ ਵਾਪਸ ਆ ਗਿਆ। 2-3 ਮਹੀਨੇ ਹੋ ਗਏ, ਕੁਝ ਨਹੀਂ ਹੋਇਆ। ਮੈਂ ਕਿਹਾ ਵਾਈਫ ਨੂੰ ਦੱਸਿਆ ਸੀ, ਮੈਂ ਕਿਹਾ ਜੀ ਇਹ ਸ਼ਾਇਦ ਸਾਰਿਆਂ ਨੂੰ ਇਸ ਤਰ੍ਹਾਂ ਹੀ ਪੁੱਛਦੇ ਨੇ ਤੇ ਕੁਝ ਨਹੀਂ ਹੁੰਦਾ। ਤੇ ਇੱਕ ਦਿਨ ਹੋਮ ਮਿਨਿਸਟਰ ਦੀ ਆਫਿਸ ਦੇ ਟੈਲੀਫੋਨ ਆਈ ਕਿ ਬਈ ਹੋਮ ਮਿਨਿਸਟਰ ਮਿਲਣਾ ਚਾਹੁੰਦੇ। ਮੈਂ ਕਿਹਾ ਮੈਨੂੰ ਇੰਨਾ ਵੀ ਨਹੀਂ ਇਲਮ ਸੀਗਾ ਕਿ ਹੋਮ ਮਿਨਿਸਟਰੀ ਡੀਲ ਕਰਦੀ ਹੈ ਗਵਰਨਰਸ ਦੀ ਅਪਾਇੰਟਮੈਂਟਸ ਨਾਲ। ਦੈਟ ਦ ਬੇਸਿਕ ਮਿਨਿਸਟਰੀ ਵਿਚ ਡੀਲਸ ਵਿਦ ਗਵਰਨਰ। ਮੈਨੂੰ ਪਤਾ ਹੀ ਨਹੀਂ, ਜਦੋਂ ਮੈਂ ਦੌੜਿਆ ਨਹੀਂ ਉਹਦੀ ਰੈਟ ਰੇਸ ਵਿੱਚ ਮੈਂ ਗਿਆ ਨਹੀਂ ਤੇ ਮੈਂ ਕਿਹਾ ਜੀ ਆਪਾਂ ਸ਼ੇਰ ਹਾਂ, ਚੂਹਾ ਤੇ ਬਣਨਾ ਨਹੀਂ। ਤੇ ਉਹ ਮੈਂ ਕਿਹਾ ਜੀ ਉਹਨਾਂ ਨੇ ਫਿਰ ਅਗੇਨ ਉਹੀ ਸਵਾਲ ਮੇਰੇ ਮਨ ਚ ਆਇਆ ਕਿ ਕਸ਼ਮੀਰ ਦੀ ਗੱਲ ਕਰਨਗੇ ਕਿ ਸੂਰਤ ਹਾਲ ਉੱਥੇ ਠੀਕ ਨਹੀਂ ਹੈ, ਦੱਸੋ ਕੀ ਕਰੀਏ, ਜਾਂ ਨਾਰਥ ਈਸਟ। ਫਿਰ ਉੱਥੇ ਉਹਨਾਂ ਨੇ ਫਿਰ ਇਹ ਸਵਾਲ ਪੁੱਛਿਆ ਕਿ ਗਵਰਨਮੈਂਟ ਕੰਸੀਡਰਿੰਗ ਟੂ ਮੇਕ ਯੂ ਅ ਗਵਰਨਰ, ਤੁਸੀਂ ਕੀ ਕਹਿਣਾ। ਇਹਨੇ ਇਸ ਵਾਰੀ ਕਹਿ ਦਿੱਤਾ ਨਾਰਥ ਈਸਟ। ਮੈਂ ਕਿਹਾ ਜੀ 2-3 ਮਹੀਨੇ ਪਹਿਲੇ NSA ਨੇ ਪੁੱਛਿਆ ਸੀਗਾ, ਮੈਂ ਉਹਨੂੰ ਇਹੀ ਕਿਹਾ ਸੀ ਚੈਲੰਜਿੰਗ ਜੌਬ ਹੋਏ ਤੇ ਆਈ ਵਿਲ ਬੀ ਵੈਰੀ ਹੈਪੀ ਟੂ ਹੈਵ, ਇਟਸ ਅ ਗ੍ਰੇਟ ਪ੍ਰਿਵਿਲੇਜ ਐਂਡ ਪ੍ਰਾਈਡ, ਮੈਟਰ ਆਫ ਪ੍ਰਾਈਡ। ਹੁਣ ਤੁਸੀਂ ਨਾਰਥ ਈਸਟ ਕਹਿ ਰਹੇ ਹੋ, ਮੈਂ ਆਈ ਬੀ ਵੈਰੀ ਹੈਪੀ। then they gave me Arunachal Pradesh. So this is what I'm saying. मैं ਉੱਥੇ ਗਿਆ, ਉੱਥੇ ਕੋਈ ਗਵਰਨਰ 2 ਸਾਲ ਤੋਂ ਉੱਤੇ ਨਹੀਂ, 3 ਸਾਲ ਵੀ ਨਹੀਂ ਕਿਸੇ ਨੇ ਕੀਤੇ। ਮੈਂ ਪਹਿਲਾ ਗਵਰਨਰ ਜਿਹਨੇ 5.5 ਸਾਲ ਪੂਰਾ ਟੈਨਿਓਰ ਕੰਪਲੀਟ ਕੀਤਾ। ਔਰ ਲੋਕ ਕਹਿੰਦੇ ਜੀ ਅਸੀਂ ਗਵਰਨਰਸ ਦਾ ਨਾਂ ਸੁਣਦੇ ਸੀ ਕਿ ਗਵਰਨਰ ਕੋਈ ਚੀਜ਼ ਹੁੰਦੀ ਹੈ, ਪਰ ਪਹਿਲੀ ਵਾਰੀ ਉਹਨੂੰ ਅਸੀਂ ਦੇਖਿਆ ਕਿ ਅਸੀਂ ਦੂਰ ਦਰਾਜ਼ ਏਰੀਆ ਚਲੇ ਜਾਂਦੇ ਸੀ,
ਹਰ ਜਗ੍ਹਾ ਚਲੇ ਜਾਂਦੇ ਸੀ। ਮੈਂ ਇਹ ਕਹਿਣਾ ਚਾਹੁੰਦਾ ਸਾਡਾ ਦੇਸ਼ ਬੜਾ ਗ੍ਰੇਟ ਹੈ, ਸਾਡਾ ਫਿਊਚਰ ਬੜਾ ਬ੍ਰਾਈਟ ਹੈ, ਔਰ ਸਾਡੇ ਆਰਮ ਫੋਰਸਿਸ ਦੁਨੀਆ ਦੀ ਬੈਸਟ ਆਰਮ ਫੋਰਸਿਸ ਹੈ, ਔਰ ਲੀਡਰਸ਼ਿਪ ਇਜ਼ ਆਲਸੋ ਦ ਬੈਸਟ। ਜਸਟ ਬਰੀਫਲੀ ਉਸ ਗਵਰਨਰਸ਼ਿਪ ਦੇ ਵਿੱਚ ਤੁਸੀਂ what kind of challenges did you face? I'll tell you, I tried to be as good a governor as possible. ਉਹਦੇ 'ਚ ਦੋ ਟਾਸਕ ਹੁੰਦੇ ਨੇ, ਇੱਕ uphold the rule of constitution and also secondly to the best of your ability work for the well-being of the people. ਮੈਂ ਬਸ ਇਹ ਦੋਨੋਂ ਚੀਜ਼ਾਂ ਦੇ ਉੱਤੇ ਫੋਕਸ ਕੀਤਾ। ਮੈਂ ਕੋਸ਼ਿਸ਼ ਇਹੀ ਕੀਤੀ ਕਿ ਮੈਂ ਇਹਨਾਂ ਦਾ ਫਾਦਰ ਫਿਗਰ ਵਾਕਨ ਕਰਾਂ। ਜਿਹੜੇ ਅਰੁਣਾਚਲ ਟ੍ਰਾਈਬਸ ਹੁੰਦੇ ਨਾ, ਉਹਨਾਂ ਦੇ ਹੈਡਮੈਨ ਨੂੰ ਗਾਉਂ ਬੁੜਾ ਕਹਿੰਦੇ ਆ, ਗਾਉਂ ਦਾ ਬੁੜਾ, ਜਿਹੜਾ ਕਿ ਉਹ ਲਾਲ ਕੋਟ ਪਾਉਂਦਾ ਹੈ ਔਰ ਐਡਵਾਈਜ਼ਰ ਹੁੰਦਾ, ਉਹਨੂੰ ਸਾਰੇ ਸੁਣਦੇ। ਮੈਂ ਕਿਹਾ ਮੈਂ ਪੂਰੇ ਸਟੇਟ ਦਾ ਗਾਉਂ ਬੁੜਾ ਹੈਗਾ ਤੇ ਮੈਂ ਐਡਵਾਈਜ਼ ਕਰਾਂਗਾ, ਅੱਗੇ ਉਹਨਾਂ ਦਾ ਕੰਮ ਹੈ, ਮੈਂ ਐਗਜ਼ੀਕਿਊਟਿਵ ਪਾਵਰ ਤੇ ਹੈ ਨਹੀਂ ਮੇਰੇ ਕੋਲ। ਤੇ ਆਈ ਵਾਸ ਦੈਨ ਸਲੋਲੀ ਆਈ ਅਰਨ ਦ ਯੂ ਕੈਨ ਸੇ ਐਪੀਥੇਟ ਕਿ ਇਹ ਪੀਪਲਸ ਗਵਰਨਰ ਹੈਗਾ। ਅੱਛਾ ਜੀ। ਮੈਂ ਕਿਹਾ ਜੀ ਇਹ ਮੇਰੀ ਬਹੁਤ ਕਿਸਮਤ ਹੈ ਕਿ ਮੈਨੂੰ ਇਹ ਕਈ ਮੈਡਲਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ 3 ਜਨਰੇਸ਼ਨਸ, ਤੁਹਾਡੇ ਗ੍ਰੈਂਡਫਾਦਰ, ਤੁਹਾਡੇ ਫਾਦਰ ਤੇ ਤੁਸੀਂ ਆਰਮੀ ਦੇ ਵਿੱਚ ਗਏ ਹੋ। ਇਜ਼ ਸਮਬਡੀ ਫੋਲੋਇੰਗ ਯੂ? Well, very good question. And I'll tell you, my son wanted to join the NDA. I was in Algeria as defense attaché. I told him, beta ਅਸੀਂ ਕੈਂਪਿੰਗ ਗਰਾਊਂਡ ਬੈਠੇ ਹਾਂ, ਇਹੀ ਹੈ ਕਿ ਤੂੰ 1-2 ਸਾਲ ਪਿੱਛੇ ਹੋ ਗਿਆ ਆਪਣੇ ਕੋਲੀਗਸ ਦੇ ਨਾਲ, ਬਿਕੋਜ਼ ਮੇਰੇ ਕਰਕੇ ਮੇਰੀਆਂ ਬੜੀਆਂ ਪੋਸਟਿੰਗਸ ਹੋਈਆਂ ਸੀ, ਮੈਂ ਇਨਫੈਂਟਰੀ ਵਾਲਾ ਹਾਂ ਤੇ ਪੋਸਟਿੰਗ ਹੋਈਆਂ, ਤੇਰਾ ਸਟੱਡੀਜ਼ ਡਿਸਟਰਬਡ ਹੋ ਗਈਆਂ, ਤੂੰ NDA 1-2 ਸਾਲ ਪਿੱਛੇ ਜਾਏਗਾ ਆਪਣੇ ਕੋਲੀਗਸ ਦੇ ਨਾਲ, ਬਾਅਦ 'ਚ ਜਦੋਂ ਬ੍ਰਿਗੇਡੀਅਰ ਬਣੇਗਾ ਜਾਂ ਸੀਨੀਅਰ ਰੈਂਕ 'ਚ ਜਾਏਗਾ, ਮਹਿੰਗੀ ਪੈਣਗੀ ਇਹ ਜਿਹੜਾ ਇਹ ਲਾਸ ਆਫ 1 or 2 years. ਓਕੇ। ਸੋ ਆਈ ਸੈਡ ਵਾਈ ਡੋਂਟ ਯੂ, ਐਂਡ ਲੜਾਈਆਂ ਹੋਣੀਆਂ ਨਹੀਂ, ਅਸੀਂ ਤੇ ਪੈਦਾ ਹੋਏ ਸੀ ਤੇ ਵਰਲਡ ਵਾਰ 2 ਖਤਮ ਹੋਈਆਂ, ਉਹ ਕਿੰਨੀਆਂ ਕਹਾਣੀ, ਬਰੇਵਰੀ ਐਂਡ ਗੈਲੈਂਟਰੀ ਐਂਡ ਫਾਈਟਿੰਗ ਫॉर द honor and defend the country and the world, free world for the free world. ਮੈਂ ਕਿਹਾ ਉਹ romantic situation of warfare is not likely to be. ਹੋਣੀਆਂ terrorist attacks ਹੋਣੇ, low intensity conflict ਹੋਣੀਆਂ, war ਨਹੀਂ ਹੋਣੀ, different kind of। ਹਾਂ, ਤਾਂ ਮੈਂ ਉਹਨੂੰ ਇਹ ਕਿਹਾ ਕਿ ਤੇਰਾ ਆਪਸ਼ਨ ਹੋਰ ਹੈ ਕਿ ਤੂੰ ਇਕਨੋਮਿਕ ਵਾਰੀਅਰ ਬਣ ਜਾ, ਦੇਸ਼ ਦੀ ਇਕਨੋਮੀ ਵਿੱਚ ਕੰਟਰੀਬਿਊਟ ਕਰ। ਓਕੇ। ਤਾਂ ਹੀ ਇਜ਼ ਡੂਇੰਗ ਪ੍ਰੀਸਾਈਜ਼ਲੀ ਦੈਟ। ਇੰਡੀਆ 'ਚੋਂ ਬਣੀਆਂ ਹੋਈਆਂ ਚੀਜ਼ਾਂ ਐਕਸਪੋਰਟ ਕਰੀ ਜਾਂਦੇ ਨੇ into Europe and America, handicraft, household accessories and various other things. But ਦਿਲੋਂ ਪੱਕਾ ਸੋਲਜਰ ਦਾ ਪੁੱਤਰ ਹੈ ਔਰ ਪੱਕਾ ਸਿੱਖ ਹੈ। ਲੈਂਡ ਕਰਦਾ ਦਿੱਲੀ ਤੇ ਪਹਿਲੇ ਗੁਰਦੁਆਰਾ ਸਾਹਿਬ ਜਾਏਗਾ ਔਰ ਬੰਗਲਾ ਸਾਹਿਬ ਉੱਥੇ ਮੱਥਾ ਟੇਕੇਗਾ। ਉਹਦੀਆਂ ਬੇਟੀਆਂ ਆਦੀ ਫ੍ਰੈਂਚ ਨੇ, ਬਿਕੋਜ਼ ਉਹਦੀ ਵਾਈਫ ਫ੍ਰੈਂਚ ਹੈ, ਤੇ ਉਹਨਾਂ ਨੂੰ ਲੈ ਕੇ ਜਾਂਦਾ। ਚਲੋ ਇਜ਼ ਬੇਸਡ ਇਨ ਫਰਾਂਸ। ਇਜ਼ ਬੇਸਡ ਇਨ ਫਰਾਂਸ। ਉਹ ਜਾਂਦਾ ਜਦੋਂ ਛੁੱਟੀ ਮਤਲਬ ਲੈ ਕੇ ਗਿਆ ਬੇਟੀਆਂ ਨੂੰ, ਗੋਲਡਨ ਟੈਂਪਲ ਲੈ ਗਿਆ ਅੰਮ੍ਰਿਤਸਰ, ਉੱਥੇ ਕਹਿੰਦਾ ਜੀ ਲੰਗਰ ਛਕੋ ਪਰ ਉਹਦੇ ਬਾਅਦ ਸੇਵਾ ਕਰਨੀ ਪਏਗੀ। ਦੋਨੋਂ ਬੇਟੀਆਂ ਨੂੰ ਬਿਠਾ ਕੇ ਉਹ ਰੋਟੀਆਂ ਬੇਲਣੇ ਵਾਸਤੇ ਲਗਾਤਾ, ਫੁਲਕੇ ਬਣਾ ਰਹੀਆਂ ਸੀ। 100 ਉਹਨਾਂ ਤੋਂ 100 ਬੇਲਿਆ ਹੈ, ਰੋਟੀਆਂ ਬਲਵਾਈਆਂ ਕਿ ਤੁਸੀਂ ਇਸ ਤਰ੍ਹਾਂ ਨਹੀਂ ਲੰਗਰ ਛਕ ਕੇ ਜਾ ਸਕਦੇ, ਸੇਵਾ ਵੀ ਕਰਨੀ ਹੈ। ਜੇ ਸਾਹਿਬ, ਇਟਸ ਬੀਨ ਅ ਪਲੇਜ਼ਰ ਟਾਕਿੰਗ ਟੂ ਯੂ। ਪਰ ਫਾਈਨਲ ਕੁਐਸਚਨ ਇਹ ਹੈਗਾ, ਤੁਸੀਂ ਜ਼ਿੰਦਗੀ ਦੇ ਵਿੱਚ ਹਰ ਕੁਝ ਗੱਲ ਜਿੱਧਰ ਵੀ ਨਿਗਾਹ ਕੀਤੀ ਅਚੀਵ ਕੀਤਾ, ਐਨੀਥਿੰਗ ਐਟ ਆਲ। ਕਈ ਵਾਰੀ ਜ਼ਿੰਦਗੀ ਦੇ ਵਿੱਚ ਮੈਂ ਹੁੰਦਾ ਵੀ ਯਾਰ ਆਹ ਵੀ ਕੰਮ ਜਿਹੜਾ ਸੀ ਇਹ ਵੀ ਕਰ ਲੈਂਦੇ ਤੇ ਠੀਕ ਸੀ। ਐਨੀਥਿੰਗ ਐਟ ਆਲ ਜਿਹਦੇ ਵਿੱਚ ਤੁਹਾਨੂੰ ਇਹ ਹੋਵੇ ਵੀ ਮੈਂ ਯਾਰ ਆਹ ਵੀ ਕਰਨਾ ਸੀ। ਐਸੀ ਕੋਈ ਮੈਨੂੰ ਨਹੀਂ ਚੀਜ਼ ਨਜ਼ਰ ਆਉਂਦੀ ਮੇਰੇ ਦਿਲ ਵਿੱਚ। ਕਈ ਚੀਜ਼ਾਂ ਨੇ, ਇੰਪੋਰਟੈਂਟ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਕਿ ਮੈਂ ਨਹੀਂ ਕਰ ਪਾਇਆ। ਹੁਣ ਕਿਤਾਬਾਂ ਲਿਖ ਰਹੇ ਹਾਂ, ਇੱਕ ਦੂਜੀ ਕਿਤਾਬ ਲਿਖ ਰਹੇ ਹਾਂ। ਪਹਿਲੀ ਕਿਤਾਬ ਮੇਰੀ ਆਲਰੇਡੀ ਪਬਲਿਸ਼ ਹੋ ਚੁੱਕੀ ਹੈ, ਐਮਾਜ਼ੋਨ ਵਿੱਚ ਵੀ ਹੈਗੀ, ਕਿੰਡਲ ਦੇ ਵਿੱਚ ਵੀ ਹੈਗੀ। ਸੋ I'm saying that's the autobiography, but on what subject are you? The second book is on India and China. I see. It's a very relevant book because ਸਾਡਾ ਸਭ ਤੋਂ ਵੱਡੀ ਚੁਣੌਤੀ ਚਾਈਨਾ ਦੇ ਨਾਲ ਹੈ ਕਿ how we should shape our relationship. ਸਾਡੀ ਰਿਲੇਸ਼ਨਸ਼ਿਪ ਕਿਸ ਦਿਸ਼ਾ ਵਿੱਚ ਜਾਣੀ ਚਾਹੀਦੀ, ਉਹ ਉਹਦੇ ਉੱਤੇ ਲਿਖ ਰਿਹਾ ਜੀ। ਜੀ ਸਾਹਿਬ, it's been a pleasure and really honored to be talking to you. ਮੇਰਾ ਵੀ ਬੜਾ ਮਨ ਖੁਸ਼ ਹੋਇਆ ਕਿ ਤੁਸੀਂ ਮੈਨੂੰ ਮੌਕਾ ਦਿੱਤਾ। ਤੁਹਾਡੇ ਵਿਊਅਰਸ ਨੂੰ ਮੇਰੇ ਸਤਿ ਸ੍ਰੀ ਅਕਾਲ ਔਰ ਫਤਿਹ। ਮੈਂ ਕਹਿੰਦਾ ਫਾਈਨਲੀ ਮੈਂ ਕਿਹਾ ਜੇ ਇਹ ਮੈਂ ਕਹਿ ਦੇਵਾਂ ਕਿ ਸਰ ਨੇ ਤੁਹਾਡਾ ਵੀ ਮਾਰਵਾ ਤੇ ਮੇਰਾ ਵੀ ਮਾਰਵਾ ਹੀ ਹੈ। ਦੇਖੋ ਜੀ, ਸਹੀ ਬਾਤ ਹੈ। we are of the same clan but we are good human beings, we are Sikhs and we should be like that. ਸੋ ਪਿਆਰੀ ਸਾਧ ਸਿੰਘ ਜੀਓ, ਇਹ ਸੰਜੇ ਸਿੰਘ ਜੀ ਦੇ ਨਾਲ ਗੱਲ ਕਰਕੇ ਬੜਾ ਹੀ ਚੰਗਾ ਲੱਗਾ। ਸੋ
ਪ੍ਰੋਗਰਾਮ ਦੀ ਇੱਥੇ ਸਮਾਪਤੀ ਹੈ। ਕਿਸੇ ਕਿਸਮ ਦੀ ਗਲਤੀ ਕਰਕੇ ਹੋਏ ਜ਼ਰੂਰ ਮਾਫ ਕਰਨਾ। ਆਓ ਵਿਦਾਇਗੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।